और साफ तौर पर कहा कि ट्रांसपोर्ट मंत्री लालजीत भुल्लर ਨੂੰ मैं लीगल नोटिस भेजांगा क्योंकि ये ਸਾਰੇ ਪੰਜਾਬੀਆਂ ਦੇ ਉੱਤੇ ਸਵਾਲ ਖੜਾ ਕੀਤਾ ਹੈ। ਜਦੋਂ ਟਰਾਂਸਪੋਰਟ ਨੂੰ ਤੁਸੀਂ ਮਾਫੀਆ ਕਹਿ ਰਹੇ ਹੋ ਤਾਂ ਫਿਰ ਸਵਾਲ ਜਿਹੜਾ ਹੈਗਾ ਤੁਸੀਂ ਸਾਰੇ ਪੰਜਾਬੀ ਤੇ ਇਨਡਾਇਰੈਕਟਲੀ ਖੜਾ ਕਰ ਰਹੇ ਹੋ। ਕੰਟਰੋਵਰਸੀ ਪੈਦਾ ਹੋਈ ਔਰ ਕੰਟਰੋਵਰਸੀ ਜਿਸ ਤਰੀਕੇ ਪੈਦਾ ਹੋਈ ਹੈ ਉਸ ਤੇ ਲਾਲਜੀਤ ਭੁੱਲਰ ਨੇ ਕੀ ਕਿਹਾ, ਸਾਡੇ ਸਹਿਯੋਗੀ ਪੰਕਜ ਕਪਾਹੀ ਨੇ ਗੱਲਬਾਤ ਕੀਤੀ ਲਾਲਜੀਤ ਭੁੱਲਰ ਦੇ ਨਾਲ। पंजाब तो चंडीगढ़ ਦੇ ਵਿੱਚ ਹੁਣ ਪ੍ਰਾਈਵੇਟ ਬੱਸਾਂ ਜਿਹੜੀਆਂ ਨੇ ਉਹ ਨਹੀਂ ਆ ਸਕਣਗੀਆਂ। ਸਰਕਾਰ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਔਰ ਜ਼ਿਕਰ ਇਸ ਕਰਕੇ ਵੀ ਕੀਤਾ ਗਿਆ ਹੈ ਕਿ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਗਿਆ, ਕਿਹਾ ਗਿਆ ਕਿ ਬਾਦਲਾਂ ਦੀਆਂ ਬੱਸਾਂ ਹੁਣ ਚੰਡੀਗੜ੍ਹ ਨਹੀਂ ਆਣਗੀਆਂ। ਮੇਰੇ ਨਾਲ ਟਰਾਂਸਪੋਰਟ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ ਸਾਹਿਬ, ਪ੍ਰਾਈਵੇਟ ਬੱਸਾਂ ਦੇ ਨਾਲ ਤੁਸੀਂ ਖਾਸ ਤੌਰ ਤੇ ਬਾਦਲ ਪਰਿਵਾਰ ਦਾ ਜ਼ਿਕਰ ਕੀਤਾ ਹੈ, ਇਹ ਕੀ ਹੈ ਪੂਰਾ ਮਾਮਲਾ? ਚੰਡੀਗੜ੍ਹ ਕਿਉਂ ਨਹੀਂ ਬੱਸਾਂ ਆ ਸਕਣਗੀਆਂ? 73 ਪਰਮਿਟ ਜਾਰੀ ਕੀਤੇ ਗਏ, 73 ਦੇ ਵਿੱਚੋਂ 50 ਪਰਮਿਟ ਬਾਦਲ ਪਰਿਵਾਰ ਦੇ ਤੇ ਇਹਨਾਂ ਦੇ ਕਰੀਬੀਆਂ ਦੇ, ਤੇ ਜਿਹੜੇ ਦੂਜੇ 23 ਪਰਮਿਟ ਆ ਉਹ ਵੀ ਕਿਸੇ ਦੇ ਨਾਂ ਲੈ ਕੇ ਚਲਾ ਇਹੋ ਪਰਿਵਾਰ ਹੀ ਰਿਹਾ। ਤੁਸੀਂ ਵੇਖ ਸਕਦੇ ਜੇ ਆ ਵੇਖੋ ਜਿਹੜੇ ਚੰਗੇ ਮਲਾਈ ਵਾਲੇ ਰੂਟ ਆ, ਔਰਬਿਟ ਅਬੋਰ ਚੰਡੀਗੜ੍ਹ ਵਾਇਆ ਗਿੱਦੜਬਾ, ਔਰਬਿਟ ਬਠਿੰਡਾ ਚੰਡੀਗੜ੍ਹ, ਔਰਬਿਟ ਫਾਜ਼ਿਲਕਾ ਚੰਡੀਗੜ੍ਹ, ਔਰਬਿਟ ਬਠਿੰਡਾ ਸੰਗਰੂਰ ਪਟਿਆਲਾ ਚੰਡੀਗੜ੍ਹ, ਆ ਵੇਖ ਸਕਦੇ ਔਰਬਿਟ ਲਗਾਤਾਰ 30 ਦੇ ਕਰੀਬ ਜਿਹੜੇ ਪਰਮਿਟ ਔਰਬਿਟ ਦੇ ਹੀ ਆ ਸਾਰੇ। ਔਰਬਿਟ ਤੇ ਜਿਹੜੇ ਮਲਾਈ ਵਾਲੇ ਅੰਮ੍ਰਿਤਸਰ ਚੰਡੀਗੜ੍ਹ ਆ ਤੁਸੀਂ ਵੇਖ ਸਕਦੇ, ਜਲੰਧਰ ਚੰਡੀਗੜ੍ਹ, ਸਾਰੇ ਮਲਾਈ ਵਾਲੇ ਰੂਟ, ਲਿਬੜਾ ਨਿਊਦੀਪ ਜੁਝਾਰ, ਇਹ ਸਾਰੇ ਇਹਨਾਂ ਦੇ ਹਮਾਇਤੀ, ਇਹਨਾਂ ਦੇ ਸਾਥੀ। ਤੇ ਬਾਕੀ ਜਿਹੜੇ 23 ਪਰਮਿਟ ਉਹ ਵੀ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੇ ਨਾਂ ਤੇ ਲੈ ਕੇ ਪਰਮਿਟ ਕਿਸੇ ਦੇ ਨਾਂ ਤੇ ਆ, ਬੱਸਾਂ ਇਹਨਾਂ ਦੀਆਂ ਹੀ ਚੱਲ ਰਹੀਆਂ। ਤੇ ਜਿਹੜਾ ਕਿ 1990 ਦੀ ਜਿਹੜੀ ਆਪਣੇ ਪੰਜਾਬ ਸਰਕਾਰ ਦੀ ਪਾਲਿਸੀ ਸੀ, 1997 ਚ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ। ਮੁੱਖ ਮੰਤਰੀ ਬਣਦਿਆਂ ਹੀ ਟਰਾਂਸਪੋਰਟ ਵਿਭਾਗ ਦੀ ਜਿਹੜੀ ਪਾਲਿਸੀ ਉਹ ਚ ਸੋਧ ਕੀਤੀ ਗਈ ਆਪਦੀ ਮਰਜ਼ੀ ਨਾਲ ਹੀ। ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ, ਆਪ ਹੀ ਮੁੱਖ ਮੰਤਰੀ, ਆਪਦੀ ਟਰਾਂਸਪੋਰਟ ਨੀਤੀ, ਆਪਦੀਆਂ ਹੀ ਬੱਸਾਂ। ਤੇ ਉਹ 73 ਪਰਮਿਟ ਆਪ ਦੇ ਟਰਾਂਸਪੋਰਟ ਮਹਿਕਮੇ ਨੂੰ, ਆਪਦੀਆਂ ਪਾਰਟੀ ਜਿਹੜੀ ਇਹਨਾਂ ਦੀ ਚੱਲਦੀ ਆ ਉਹਨਾਂ ਨੂੰ ਤੇ ਆਪਦੇ ਸਾਥੀਆਂ ਨੂੰ ਦੇਤੇ। ਲੰਮਾ ਸਮਾਂ ਇਹ ਚੱਲਦੀ ਨੇ। 2003 ਦੀ ਰਿਟ ਪਟੀਸ਼ਨ ਕਿਸੇ ਸਾਥੀ ਨੇ ਪਾਈ, ਉਹਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਵੀ ਇਹ ਕਿਹਾ ਕਿ ਇਹ ਜਿਹੜੇ ਪਰਮਿਟ ਹੈ ਗੈਰ ਕਾਨੂੰਨੀ ਢੰਗ ਨਾਲ ਦਿੱਤੇ ਗਏ, ਰੱਦ ਹੋਣੇ ਚਾਹੀਦੇ ਆ। ਪਰ ਇਹ ਪਰਿਵਾਰ ਸਮੇਂ-ਸਮੇਂ ਤੇ ਭਾਵੇਂ ਸਰਕਾਰ ਗਵਰਨਮੈਂਟ ਕਾਂਗਰਸ ਦੀ ਬਣਦੀ ਰਹੀ, ਪਰ ਰਲ ਮਿਲ ਕੇ ਇਹ ਬੱਸਾਂ ਲਗਾਤਾਰ ਚੰਡੀਗੜ੍ਹ ਨੂੰ ਚੱਲਦੀਆਂ ਰਹੀਆਂ। ਤੇ ਉਹਦੇ ਬਾਅਦ 2012 ਚ ਵੀ ਰਿਟ ਪਟੀਸ਼ਨ ਪਈ, 2018 ਚ ਵੀ ਪਈ, ਤੇ ਪਿਛਲੀ ਗਵਰਨਮੈਂਟ ਦੇ ਸਮੇਂ ਵੀ ਕਾਂਗਰਸ ਦੀ ਗਵਰਨਮੈਂਟ ਬਣੀ, ਉਹਦੇ ਵਿੱਚ ਵੀ ਗੈਰ ਕਾਨੂੰਨੀ ਢੰਗ ਨਾਲ ਬੰਦ ਕਰਨ ਦੀ, ਬਗੈਰ ਨੋਟਿਸ ਦਿੱਤੇ ਤੋਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹੜੇ ਕਿ ਮਾਨਯੋਗ ਹਾਈ ਕੋਰਟ, ਸੁਪਰੀਮ ਕੋਰਟ 'ਚ ਜਾ ਕੇ ਇਹਨਾਂ ਪਰਿਵਾਰਾਂ ਨੂੰ ਜਿਹੜੀ ਰਾਹਤ ਮਿਲ ਗਈ, ਕਿਉਂਕਿ ਗੈਰ ਕਾਨੂੰਨੀ ਢੰਗ ਨਾਲ ਕੀਤੀ ਗਈ ਸੀ। ਤੇ ਉਹ ਕਿਉਂ ਗੈਰ ਕਾਨੂੰਨੀ ਢੰਗ ਨਾਲ ਕੀਤੀ ਗਈ? ਕਿਉਂਕਿ ਕਾਂਗਰਸ ਦੇ ਜਿਹੜੇ ਗਵਰਨਮੈਂਟ ਦੇ ਜਿਹੜੇ ਐਮਐਲਏ ਮੰਤਰੀ ਸਨ, ਉਹ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਇਹ ਵਿਖਾਉਣਾ ਚਾਹੁੰਦੇ ਸਨ ਕਿ ਅਸੀਂ ਇਹ ਜਿਹੜੀਆਂ ਨਜਾਇਜ਼ ਬੱਸਾਂ ਚੱਲਦੀਆਂ ਉਹ ਬੰਦ ਕਰ ਰਹੇ ਹਾਂ। ਪਰ ਜੇ ਨੋਟਿਸ ਦਿੱਤਾ ਹੁੰਦਾ ਤੇ ਬੱਸਾਂ ਉਸ ਦਿਨ ਦੀਆਂ ਹੀ ਬੰਦ ਹੁੰਦੀਆਂ। ਤੇ ਜਦੋਂ ਦੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਅਸੀਂ ਉਦੋਂ ਤੋਂ ਹੀ ਮੁਸਤੈਦ ਹੋ ਕੇ ਕੇਂਦਰ ਸਰਕਾਰ ਨਾਲ ਰਾਬਤਾ ਸਾਧ ਰਹੇ ਹਾਂ। ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕੇਂਦਰ ਦੀ ਸਰਕਾਰ ਨੂੰ ਇਹ ਲਿਖ ਰਹੇ ਸਾਂ ਕਿ ਇਹ ਪਰਮਿਟ ਜਿਹੜੇ ਆ ਇਹ ਨਜਾਇਜ਼ ਤਰੀਕੇ ਨਾਲ ਦਿੱਤੇ ਗਏ ਆ। ਤੇ ਕੇਂਦਰ ਸਰਕਾਰ ਵੱਲੋਂ ਸਾਨੂੰ ਇਹ ਕਹਿ ਦਿੱਤਾ ਗਿਆ ਕਿ ਇਹ ਪਰਮਿਟ ਵਾਕਈ ਗੈਰ ਕਾਨੂੰਨੀ ਢੰਗ ਨਾਲ ਦਿੱਤੇ ਗਏ ਆ। ਉਹ ਅਸੀਂ ਰੱਦ ਕਰਨ ਲਈ ਪੰਜਾਬ ਗਵਰਨਮੈਂਟ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਿਖ ਦਿੱਤਾ ਗਿਆ, ਜਲਦੀ ਇਹ ਜਿਹੜੀਆਂ ਬੱਸਾਂ ਜਿਹੜੀਆਂ ਚੰਡੀਗੜ੍ਹ ਨੂੰ ਨਜਾਇਜ਼ ਤਰੀਕੇ ਨਾਲ ਪਰਮਿਟ ਦਿੱਤੇ ਗਏ ਇਹ ਬੰਦ ਹੋਣਗੀਆਂ। ਤੇ ਪੰਜਾਬ ਸਰਕਾਰ ਦਾ ਜਿਹੜਾ ਖਜ਼ਾਨਾ, ਜਿਹੜਾ ਟਰਾਂਸਪੋਰਟ ਵਿਭਾਗ ਭਰਦਾ, ਉਹ ਖਜ਼ਾਨਾ ਮੁੜ ਤੋਂ ਜਿਹੜੇ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਜਾਂਦੇ ਰਹੇ, ਉਹ ਪੰਜਾਬ ਦੇ ਖਜ਼ਾਨੇ 'ਚ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ। ਅੱਜ ਅਸੀਂ ਰਿਐਲਿਟੀ ਚੈੱਕ ਕੀਤਾ, ਅੱਜ ਇਹ ਬੱਸਾਂ ਚੰਡੀਗੜ੍ਹ 'ਚ ਪਹੁੰਚੀਆਂ ਨੇ, ਅੱਜ ਧੜਾ ਉਸੇ ਤਰੀਕੇ ਨਾਲ ਚੱਲ ਰਹੀ ਹੈ। ਕਦੋਂ ਤੋਂ ਰੋਕ ਲੱਗੇਗੀ? ਜੇ ਅੱਜ ਰੋਕ ਨਹੀਂ ਲੱਗੀ, ਕੱਲ ਫੈਸਲਾ ਲੈ ਲਿੱਤਾ, ਕਦੋਂ ਤੋਂ ਰੋਕ ਲੱਗੇ? ਦੇਖੋ, ਸਾਡੇ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਿਖ ਕੇ ਭੇਜ ਦਿੱਤਾ, ਕੁਝ ਹੀ ਸਮੇਂ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਇਹ ਬੱਸਾਂ ਬੰਦ ਕੀਤੀਆਂ ਜਾਣਗੀਆਂ, ਕਿਉਂਕਿ ਇਹ ਗੈਰ ਕਾਨੂੰਨੀ ਢੰਗ ਨਾਲ ਨੀਤੀ 'ਚ ਸੋਧ ਕੀਤੀ ਗਈ ਆ। ਵੇਖੋ, ਇਹ ਨਹੀਂ ਹੁੰਦਾ ਕਿ ਜੇ ਆਪਾਂ ਮੁੱਖ ਮੰਤਰੀ ਜਾਂ ਉਸ ਮਹਿਕਮੇ ਦੇ ਮੰਤਰੀ ਬਣ ਗਏ ਤੇ ਬੱਸਾਂ ਵੀ ਆਪਣੀਆਂ, ਰਾਜ ਵੀ ਆਪਣਾ, ਪਰਮਿਟ ਵੀ ਆਪਣੇ। ਹੁਣ ਮੈਨੂੰ 8-9 ਮਹੀਨੇ ਹੋ ਗਏ ਟਰਾਂਸਪੋਰਟ ਮਹਿਕਮਾ ਸੰਭਾਲੇ ਨੂੰ, ਨਹੀਂ ਤਾਂ ਪਿਛਲੀਆਂ ਸਰਕਾਰਾਂ 'ਚ ਜਿੰਨੇ ਟਰਾਂਸਪੋਰਟ ਮੰਤਰੀ ਬਣਨਾ ਆਪ ਪਾ ਲੈਣੀਆਂ ਬੱਸਾਂ, ਆਪਦੇ ਰਿਸ਼ਤੇਦਾਰਾਂ ਨੂੰ ਬੱਸਾਂ ਪਵਾ ਦੇਣੀਆਂ, ਆਪੇ ਹੀ ਪਰਮਿਟ ਵੰਡਦੇ ਨੇ। ਕਿੰਨੀਆਂ ਬੱਸਾਂ ਪਾ ਲਈਆਂ? ਵੇਖੋ, ਨਾ ਤੇ ਮੈਂ ਕੋਈ ਬੱਸ ਪਾਈ ਆ, ਨਾ ਮੈਂ ਆਉਣ ਵਾਲੇ ਸਮੇਂ 'ਚ ਕੋਈ ਬੱਸ ਪਾਵਾਂ। ਵੇਖੋ ਪੰਜਾਬ, ਲੇਕਿਨ ਇਹ
ਉਹਨਾਂ ਨੇ ਬੱਸਾਂ ਤੇ 2018 ਚ ਵੀ ਇਹ ਫੈਸਲਾ ਲਿੱਤਾ ਗਿਆ ਸੀ। ਹੁਣ ਤੁਸੀਂ ਕੀ ਸੋਧ ਕੀਤਾ, ਕੀ ਵੱਖਰਾ ਕੀਤਾ ਕਿ ਇਹ ਬੱਸਾਂ ਨਹੀਂ ਚੱਲਣਗੀਆਂ? ਦੇਖੋ ਅਸੀਂ ਕਾਨੂੰਨਨ ਤਰੀਕੇ ਨਾਲ ਇਹ ਬੱਸਾਂ ਜਿਹੜੀਆਂ ਬੰਦ ਕਰਾਂਗੇ। ਅਸੀਂ ਬਕਾਇਦਾ ਇਹਨਾਂ ਨੂੰ ਨੋਟਿਸ ਦੇ ਕੇ ਜੋ ਵੀ ਕਾਨੂੰਨੀ ਪ੍ਰਕਿਰਿਆ ਹੋਵੇਗੀ ਉਹਨੂੰ ਪੂਰੇ ਅਮਲ 'ਚ ਲਿਆ ਕੇ ਫੇਰ ਇਹ ਬੱਸਾਂ ਬੰਦ ਕਰਾਂਗੇ। ਇਹ ਨਹੀਂ ਕਿ ਜਿਵੇਂ ਪਿਛਲੀ ਸਰਕਾਰ ਦੇ ਵੇਲੇ ਨੋਟਿਸ ਦਿੱਤੇ ਤੋਂ ਬਿਨਾਂ ਧੜਾ ਧੜ ਬੰਦ ਕੀਤੀਆਂ, ਜੁਰਮਾਨੇ ਪਾਏ, ਥਾਣਿਆਂ 'ਚ ਡੱਕੀਆਂ ਗਈਆਂ ਤੇ ਜਦੋਂ ਇਹ ਲੋਕ ਕੋਰਟ ਦੇ ਵਿੱਚ ਗਏ ਤੇ ਕੋਰਟ ਨੇ ਰਾਹਤ ਦੇ ਦਿੱਤੀ ਕਿਉਂਕਿ ਕਤਾਈ ਵਰਤੀ ਗਈ ਸੀ। ਇਹ ਨੋਟਿਸ ਦਿੱਤਾ ਹੁੰਦਾ ਤੇ ਇਹ ਬੱਸਾਂ ਉਦੋਂ ਹੀ ਬੰਦ ਹੋਣੀਆਂ ਸਨ ਕਿਉਂਕਿ ਗੈਰ ਕਾਨੂੰਨੀ ਇਹਨਾਂ ਸਾਰਿਆਂ ਨੋਟਿਸ ਭੇਜਦੇ। ਬਿਲਕੁਲ ਇਹਨਾਂ ਨੂੰ ਨੋਟਿਸ ਵੀ ਭੇਜਾਂਗੇ, ਸਾਰਾ ਕੁਝ ਜਿਹੜਾ ਕਾਨੂੰਨਨ ਢੰਗ ਨਾਲ ਇਹ ਬੰਦ ਹੋਵੇ। ਲੇਕਿਨ ਇਸ ਦੇ ਵਿੱਚ ਇਤਰਾਜ਼ ਕੀ ਹੈ? ਕਿਉਂ ਤੁਹਾਨੂੰ ਲੱਗਦਾ ਹੈ ਕਿ ਇਹ ਨਜਾਇਜ਼ ਤੌਰ ਤੇ? ਕਿਉਂਕਿ ਸੁਖਬੀਰ ਬਾਦਲ ਹੋਰੀ ਥੋੜੀ ਦੇਰ ਪਹਿਲਾਂ ਕਹਿ ਰਹੇ, ਕਹਿੰਦੇ ਸਾਡਾ ਟਰਾਂਸਪੋਰਟ ਦਾ ਪੁਰਾਣਾ ਕੰਮ ਹੈ, ਸਾਨੂੰ ਇਸ ਤਰੀਕੇ ਨਾਲ ਕਹਿਣਾ ਅਸੀਂ ਟਰਾਂਸਪੋਰਟ ਮੰਤਰੀ ਨੂੰ ਲੀਗਲ ਨੋਟਿਸ ਭੇਜ ਰਹੇ ਹਾਂ। ਤੁਹਾਡੇ ਖਿਲਾਫ ਲੀਗਲ ਨੋਟਿਸ ਸੁਖਬੀਰ ਬਾਦਲ ਭੇਜ ਰਹੇ ਨੇ। ਵੇਖੋ ਭੇਜਣ ਲੀਗਲ ਨੋਟਿਸ, ਇਹ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਹੁੰਦਾ ਉਹਨੇ ਆਪਣੀ ਸ਼ਾਖ ਬਚਾਉਣ ਲਈ ਕੁਝ ਨਾ ਕੁਝ ਸਿਰ ਪੈਰ ਤੇ ਉਡਾਉਣੇ ਆ। ਜੇ ਗਲਤ ਨਾ ਕੀਤਾ ਹੁੰਦਾ ਤੇ ਅਸੀਂ ਕਿਉਂ ਇਹਨਾਂ ਦੀਆਂ ਬੱਸਾਂ ਨੂੰ ਨਜਾਇਜ਼ ਜਿਹੜੀਆਂ ਚੱਲਦੀਆਂ ਉਹਨਾਂ ਨੂੰ ਕਿਉਂ ਬੰਦ ਕਰਦੇ? ਜਿਹੜਾ ਕੰਮ ਨਜਾਇਜ਼ ਕੋਈ ਕਰੇਗਾ ਉਹਨੂੰ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹ ਤੇ ਕਾਨੂੰਨੀ ਕਾਰਵਾਈ ਵੀ ਹੋਵੇਗੀ ਤੇ ਉਹਦਾ ਜਿਹੜਾ ਨਜਾਇਜ਼ ਕਹਿ ਰਹੇ ਕਿ ਤੁਸੀਂ ਟਰਾਂਸਪੋਰਟਰਾਂ ਨੂੰ ਮਾਫੀਆ ਕਹਿ ਰਹੇ ਹੋ ਔਰ ਇਹ ਸ਼ਰਮਸਾਰ ਹੈ। ਅਸੀਂ ਲੀਗਲ ਨੋਟਿਸ ਭੇਜਾਂਗੇ, ਐਕਸ਼ਨ ਲਵਾਂਗੇ ਟਰਾਂਸਪੋਰਟ ਮੰਤਰੀ ਦੇ ਖਿਲਾਫ। ਵੇਖੋ ਅਸੀਂ ਟਰਾਂਸਪੋਰਟਰਾਂ ਨੂੰ ਮਾਫੀਆ ਨਹੀਂ ਕਹਿ ਰਹੇ, ਅਸੀਂ ਬਾਦਲ ਪਰਿਵਾਰ ਅੱਗੇ ਜਿਹੜੇ ਗਲਤ ਤਰੀਕੇ ਨਾਲ ਬੱਸਾਂ ਚਲਾ ਰਹੇ ਉਹਨਾਂ ਨੂੰ ਮਾਫੀਆ ਕਹਿ ਰਹੇ ਤੇ ਇਹ ਮਾਫੀਆ ਹੀ ਆ। ਮਾਫੀਆ ਨਹੀਂ ਤੇ ਕੀ ਹੋਰ? ਪੰਜਾਬ ਦੇ ਲੋਕਾਂ ਦੇ ਖਜ਼ਾਨੇ ਨੂੰ ਚੂਨਾ ਲਾਉਣਾ। ਵੇਖੋ ਪੰਜਾਬ ਸਰਕਾਰ ਦੀਆਂ ਬੱਸਾਂ ਚੱਲਣ ਤੇ ਪੰਜਾਬ ਦੇ ਲੋਕਾਂ ਨੂੰ ਕਮਾਈ ਆਵੇ, ਪੰਜਾਬ ਸਰਕਾਰ ਨੂੰ ਕਮਾਈ ਆਵੇ। ਉਹ ਜਿਹੜੀ ਲੋਕਾਂ ਦੀ ਕਮਾਈ, ਪੰਜਾਬ ਸਰਕਾਰ ਦੀ ਕਮਾਈ, ਉਹਦੇ ਕਿਤੇ ਨਾ ਕਿਤੇ ਕਦੀ ਕਾਲੀਆਂ ਦੀ ਜੇਬ 'ਚ ਤੇ ਕਦੀ ਕਾਂਗਰਸੀਆਂ ਦੀ ਜੇਬ 'ਚ। ਵੀਰ ਬਾਦਲ ਕਹਿ ਰਹੇ, ਕਹਿੰਦੇ ਕਿ ਮੇਰਾ ਤੇ ਟਰਾਂਸਪੋਰਟ ਦਾ ਪੁਰਾਣਾ ਕੰਮ ਹੈ। ਗਲਤ ਕੀ ਹੈ ਇਸ ਦੇ ਵਿੱਚ? ਕਿਉਂ ਤੁਹਾਨੂੰ ਲੱਗਦਾ ਹੈ ਇਹ ਪਰਮਿਟ ਗਲਤ ਨੇ, ਇਹ ਰੂਟ ਗਲਤ ਨੇ? ਵੇਖ ਸਕਦੇ ਤੁਹਾਨੂੰ ਸਾਰਾ ਕੁਝ ਦਵਾਂਗੇ। ਜਿਹੜੀ 2003 ਦੇ ਵਿੱਚ ਇਹ ਆਪਣਾ ਮਾਨਯੋਗ ਹਾਈ ਕੋਰਟ ਨੇ ਵੀ ਕਿਹਾ ਵੀ ਇਹ ਗਲਤ ਤਰੀਕੇ ਨਾਲ ਦਿੱਤੇ ਗਏ। ਉਹਦੇ ਬਾਅਦ ਕੇਂਦਰ ਸਰਕਾਰ ਕੀ ਹੈ ਇਸ ਦੇ ਵਿੱਚ? ਵੇਖੋ ਜਦੋਂ ਪਰਮਿਟ ਦੂਜੀ ਸਟੇਟ ਨੂੰ ਚੱਲਣਾ, ਬੱਸ ਨੇ ਚੱਲਣਾ, ਪਰਮਿਟ ਦੇਣਾ, ਉਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਹੋਏ, ਉਧਰੋਂ ਮਨਜ਼ੂਰੀ ਚਾਹੀਦੀ, ਫਿਰ ਪੰਜਾਬ ਸਰਕਾਰ ਪਰਮਿਟ ਦੇ ਸਕਦੀ ਹੈ। ਮਨਜ਼ੂਰੀ ਨਹੀਂ ਨਾ, ਬਿਲਕੁਲ ਕੇਂਦਰ ਸਰਕਾਰ ਦੀ ਮਨਜ਼ੂਰੀ ਨਹੀਂ ਲਈ ਗਈ। ਪੰਜਾਬ 'ਚ ਸਰਕਾਰ ਬੰਦੇ ਆਪੇ ਹੀ ਸੋਧ ਕਰਕੇ ਨੀਤੀ 'ਚ ਆਪੇ ਹੀ ਪਰਮਿਟ ਦੇ ਲਏ ਗਏ। ਇਹ ਬਾਦਲ ਦੀਆਂ ਬੱਸਾਂ 'ਚ ਹੀ ਮਨਜ਼ੂਰੀ ਨਹੀਂ ਹੈ ਜਾਂ ਹੋਰ ਪ੍ਰਾਈਵੇਟ ਟਰਾਂਸਪੋਰਟਰ ਵੀ? 73 ਏਸੀ ਬੱਸਾਂ ਪੰਜਾਬ ਤੋਂ ਚੰਡੀਗੜ੍ਹ ਨੂੰ ਚੱਲਦੀਆਂ ਤੇ ਉਹਨਾਂ ਲੋਕਾਂ ਦੀਆਂ ਬੱਸਾਂ ਜਿਹੜੇ ਬਾਦਲਾਂ ਦੇ ਚੇਤੇ ਆ ਜਾਂ ਬਾਦਲਾਂ ਦੇ ਕਰੀਬੀ ਅਕਾਲੀ ਦਲ ਨਾਲ ਸੰਬੰਧਿਤ ਨੇ ਤੇ ਬਹੁਤੀਆਂ ਬੱਸਾਂ ਤੇ 73 ਪਰਮਿਟ ਟੋਟਲ ਆ। 50 ਇਹ ਰੱਦ ਹੋ ਜਾਣਗੇ, ਇਹ ਬੱਸ ਬਿਲਕੁਲ ਨਹੀਂ ਚੱਲੇਗੀ। ਇਹ ਪੰਜਾਬ 'ਚ ਵੀ ਨਹੀਂ ਕਿਤੇ ਚੱਲੇਗੀ। ਨਵਾਂ ਪਰਮਿਟ ਲੈਣਗੇ ਤੇ ਇਹ ਚਲਾ ਸਕਦੇ, ਇਸ ਪਰਮਿਟ ਤੇ ਕੋਈ ਬੱਸ ਨਹੀਂ ਚੱਲੇਗੀ। 73 ਬੱਸਾਂ ਦੇ ਜਿਹੜੇ ਪਰਮਿਟ ਨੇ ਬੰਦ ਹੋ ਗਏ, ਕਿਤੇ ਨਹੀਂ ਚੱਲ ਰਹੇ। ਬਿਲਕੁਲ ਇਹ 73 ਪਰਮਿਟ ਜਿਹੜੇ ਆ ਇਹ ਰੱਦ ਹੋਣਗੇ, ਬਿਲਕੁਲ ਨਹੀਂ ਚੱਲਣਗੇ। ਬਸ ਹੁਣ ਸਮਾਂ ਜਿਹੜਾ ਉਹ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਅੱਗੋਂ ਐਕਸ਼ਨ ਲੈਣਾ। ਜਦੋਂ ਵੀ ਐਕਸ਼ਨ ਲੈਣਗੇ ਉਸੇ ਵੇਲੇ ਬੱਸਾਂ ਬੰਦ ਹੋਣਗੀਆਂ। ਸਾਡੇ ਪੰਜਾਬ ਗਵਰਨਮੈਂਟ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਿਖ ਕੇ ਭੇਜ ਦਿੱਤਾ ਗਿਆ। ਇੱਕ ਹੋਰ ਪ੍ਰਾਈਵੇਟ ਕੰਪਨੀਆਂ ਦੇ ਮਨ ਦੇ ਵਿੱਚ ਹੈ, ਅਗਰ ਕੋਈ ਪ੍ਰਾਈਵੇਟ ਟਰਾਂਸਪੋਰਟਰ ਹੈ ਕਿ ਉਹ ਹਰਿਆਣੇ 'ਚ, ਹਿਮਾਚਲ 'ਚ, ਦਿੱਲੀ 'ਚ, ਰਾਜਸਥਾਨ 'ਚ ਉਹ ਬੱਸ ਚਲਾ ਸਕਦਾ ਹੈ? ਦੇਖੋ ਜਿਹੜੀ ਬੱਸ ਦੀ ਮਨਜ਼ੂਰੀ ਲੈਣੀ, ਜਿਹੜੀ ਗੱਲ ਅੱਗੇ ਕੀਤੀ ਆ, ਕੇਂਦਰ ਸਰਕਾਰ ਦੀ ਮਨਜ਼ੂਰੀ ਲੈ ਕੇ ਪੰਜਾਬ ਸਰਕਾਰ ਪਰਮਿਟ ਦਊ ਤੇ ਫਿਰ ਉਹ ਬੱਸਾਂ ਚੱਲ ਸਕਦੀਆਂ। ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਜਿਵੇਂ ਇਹ ਚਲਾਉਂਦੇ ਰਹੇ ਆ ਇਦਾਂ ਬੱਸਾਂ ਹੁਣ ਚੱਲ ਰਹੀਆਂ। ਪ੍ਰਾਈਵੇਟ ਆਪਰੇਟਰ ਹੁਣ ਵੀ ਦੂਜੇ ਸੂਬਿਆਂ 'ਚ ਲੈ ਕੇ ਜਾ ਰਹੇ ਆ। ਬਿਲਕੁਲ ਹਰਿਆਣੇ 'ਚ ਜਾ ਰਹੀ ਹੈ, ਹੋਰ ਥਾਵਾਂ ਤੇ ਜਾ ਰਹੀ। ਉਹ ਰੱਦ ਹੋਣਗੇ, ਕੀ ਹੋਏਗਾ? ਐਗਜ਼ਾਮਪਲ ਦੇ ਤੌਰ ਤੇ ਤੁਸੀਂ ਇੰਡੋ ਕੈਨੇਡੀਅਨ ਬੱਸ ਦੇਖੀ ਹੋਣੀ, ਉਹ ਦਿੱਲੀ ਜਾ ਰਹੀ ਹੈ, ਹਰਿਆਣਾ ਵੀ ਜਾ ਰਹੀ ਹੈ, ਹਰਿਆਣਾ ਹੁੰਦੇ ਹੋਏ ਦਿੱਲੀ ਜਾ ਰਹੀ ਹੈ। ਦੇਖੋ ਉਹ ਪਰਮਿਟ ਜਿਹੜੇ ਆ ਉਹ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈ ਕੇ ਲਏ ਗਏ ਆ। ਉਹਦੇ 'ਚ ਇਹ ਹੁੰਦਾ ਕਿ ਜਿਹੜੀ ਇੰਡੋ ਕੈਨੇਡੀਅਨ ਬੱਸ ਜਾ ਰਹੀ ਆ, ਜੇ ਆਪਾਂ ਅੰਮ੍ਰਿਤਸਰ ਤੋਂ ਦਿੱਲੀ 에ਅਰਪੋਰਟ ਲਈ ਚੱਲਦੇ ਆ ਤੇ ਉਹ ਬੱਸ ਦਾ ਇਹ ਕੰਮ ਵੀ ਅੰਮ੍ਰਿਤਸਰ ਤੋਂ ਸਿੱਧੀ ਦਿੱਲੀ 에ਅਰਪੋਰਟ ਆਉਣਾ, ਰਾਹ ਰਸਤੇ 'ਚੋਂ ਸਵਾਰੀ ਨਹੀਂ ਚੁੱਕਣੀ। ਤੇ ਉਹਦੇ 'ਚ ਵੀ ਕਿਤੇ ਨਾ ਕਿਤੇ ਲੋਕ ਰਾਹ 'ਚੋਂ ਸਵਾਰੀ ਚੁੱਕਦੇ, ਉਹਦੇ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੇ ਰਸਤੇ 'ਚੋਂ ਰੋਕ ਕੇ। ਜਿਹੜੇ ਦੂਸਰੇ ਟਰਾਂਸਪੋਰਟਰ ਨੇ ਜਿਹੜੇ ਦੂਜੇ ਸੂਬਿਆਂ 'ਚ ਜਾ ਰਹੇ ਆ, ਉਹ ਅਗਰ ਕੇਂਦਰ ਤੋਂ ਮਨਜ਼ੂਰੀ ਹੈ ਤਾਂ ਹੀ ਬੱਸ ਚੱਲੇਗੀ ਜਾਂ ਉਹਨਾਂ ਦੇ ਵੀ ਰੱਦ ਕਰ ਦਿੱਤੇ ਜਾਣਗੇ? ਦੇਖੋ ਅਜੇ ਤੇ ਇਹ 73 ਪਰਮਿਟ ਜਿਹੜੇ ਲੰਮੇ ਸਮੇਂ ਤੋਂ ਨਜਾਇਜ਼ ਤਰੀਕੇ ਨਾਲ ਚਲਾ ਰਹੇ ਸੀ, ਅਜੇ ਤੇ ਇਹ 73 ਬਾਕੀ ਵੀ ਘੋਖ ਕਰਾਂਗੇ। ਜੇ ਕੇਂਦਰ ਦੀ ਮਨਜ਼ੂਰੀ ਤੋਂ ਬਿਨਾ ਹੋਰ ਪਰਮਿਟ ਵੀ ਹੋਣਗੇ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਕਰਾਂਗੇ। ਤੇ ਜੇ ਵੇਖੋ ਸਹੀ ਢੰਗ ਨਾਲ ਚੱਲ ਰਹੇ ਆ, ਜਿਹੜੀਆਂ ਬੱਸਾਂ ਸਹੀ ਢੰਗ ਨਾਲ ਚੱਲ ਰਹੀਆਂ, ਉਹਨਾਂ ਨੂੰ ਕਿਸੇ ਨੂੰ ਨਹੀਂ ਛੇੜਿਆ ਜਾਵੇਗਾ। ਵੇਖੋ ਇਹ ਜਿਹੜੇ ਟਰਾਂਸਪੋਰਟਰ ਨੇ ਸਾਡੇ ਭਰਾ ਨੇ, ਇਹ ਕੋਈ ਅਸੀਂ ਇਹਨਾਂ ਦੇ ਦੁਸ਼ਮਣ ਨਹੀਂ, ਨਾ ਇਹ ਸਾਡੇ ਦੁਸ਼ਮਣ ਹੈ। ਇੱਕ ਸਰਕਾਰ ਇਹ ਵੀ ਹੈ, ਸਰਕਾਰ ਫੈਸਲਾ ਤਾਂ ਲੈ ਲੈਂਦੀ ਹੈ ਲੇਕਿਨ ਕੋਰਟ 'ਚ ਮੂੰਹ ਦਿਖਾਣੀ ਪੈਂਦੀ। ਤੁਹਾਨੂੰ ਲੱਗਦਾ ਨਹੀਂ ਇਹ ਵੀ ਹੁਣ ਜਿਵੇਂ ਸੁਖਬੀਰ ਬਾਦਲ ਕਹਿ ਰਹੇ ਨੋਟਿਸ ਭੇਜਾਂਗੇ, ਕੋਰਟ ਦਾ ਰੁਖ ਕਰਨਗੇ, ਇੱਥੇ ਵੀ ਮੂੰਹ ਦਿਖਾਣੀ ਪੈ ਸਕਦੀ ਸਰਕਾਰ? ਦੇਖੋ ਇਹ ਸਿਰਫ ਜਿਹੜੀਆਂ ਹੈਗੀਆਂ ਨਾ ਧਮਕੀਆਂ, ਹੋਰ ਕੁਝ ਨਹੀਂ, ਇਹ ਤੋਂ ਸਿਵਾ ਕੁਝ ਨਹੀਂ। ਤੇ ਜਦੋਂ ਬੰਦਾ ਝੂਠਾ ਹੁੰਦਾ ਨਾ ਉਹ ਸਿਰ ਪੈਰ ਉਡਾਉਂਦਾ।
ਕੁਝ ਨਹੀਂ ਇਹਨਾਂ ਦਾ ਬਾਨਾ, ਜਿਹੜਾ ਮਰਜ਼ੀ ਲੀਗਲ ਨੋਟਿਸ ਭੇਜ ਦੇਣ, ਕੁਝ ਨਹੀਂ ਇਹਨਾਂ ਦਾ ਬਾਨਾ, ਕਿਉਂਕਿ ਗਲਤ ਤਰੀਕੇ ਨਾਲ ਇਹਨਾਂ ਪਰਮਿਟ ਲੈ ਕੇ ਆਪਣੇ ਆਪ ਨੂੰ ਅਲਾਟ ਕਰਕੇ ਤੇ ਆਪਦੀਆਂ ਹੀ ਬੱਸਾਂ ਚਲਾਈਆਂ। ਵੇਖੋ ਇਹਨਾਂ ਦਾ ਤੇ ਉਹ ਕੰਮ ਆ, ਅੰਨਾ ਵੰਡੇ ਰਿਉੜੀਆਂ ਮੁੜ ਆਪਣਿਆਂ ਨੂੰ। ਆਪ ਹੀ ਤੁਸੀਂ ਮੁੱਖ ਮੰਤਰੀ ਰਹੇ, ਮੰਤਰੀ ਰਹੇ ਤੇ ਆਪਦਿਆਂ ਨੂੰ ਤੁਸੀਂ ਦਿੱਤੀ ਗਏ ਪਰਮਿਟ। ਕੰਮ ਤੇ ਇਹ ਚਾਹੀਦਾ, ਪੰਜਾਬ ਦੇ ਲੋਕਾਂ ਨੇ ਇਸ ਵਾਰ ਕਿਉਂ ਵਾਗਡੋਰ ਇਹਨਾਂ ਤੋਂ ਖੋਈ ਆ? ਤਾਂ ਹੀ ਖੋਈ ਆ ਕਿ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਸਾਡਾ ਜਿਹੜਾ ਰਾਜਾ ਹੈ, ਜਿਹੜਾ ਸਾਡਾ ਮੁੱਖ ਮੰਤਰੀ ਆ, ਉਹ ਵਪਾਰੀ ਨਾ ਬਣੇ। ਇੱਕ ਮੰਤਰੀ ਜੀ ਹੋਰ ਰਹਿ, ਇਹ 73 ਬੱਸਾਂ 'ਚ ਜਿਹੜੇ ਮੁਸਾਫਰ ਸੀ, ਜਿਹੜੇ ਸਫ਼ਰ ਕਰਦੇ ਸੀ, ਉਹ ਤਾਂ ਸਫੜ ਹੋਣਗੇ, ਉਹ ਤਾਂ ਖੱਜਲ ਖਰਾਬ ਹੋਣਗੇ। ਇਹਨਾਂ ਦੀ ਥਾਂ ਤੁਸੀਂ 73 ਸਰਕਾਰੀ ਬੱਸਾਂ ਚਲਾ ਰਹੇ ਹੋ। ਬਿਲਕੁਲ, ਪੰਜਾਬ ਸਰਕਾਰ ਦੀਆਂ ਜਿਹੜੀਆਂ ਏਸੀ ਬੱਸਾਂ ਉਹ ਪਹਿਲਾਂ ਵੀ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚੋਂ ਚੰਡੀਗੜ੍ਹ ਲਈ ਆ ਰਹੀਆਂ, ਤੇ ਜਿੱਥੇ ਜਿੱਥੇ ਜ਼ਰੂਰਤ ਹੋਵੇਗੀ ਉੱਥੇ ਨਵੀਆਂ ਬੱਸਾਂ ਵੀ ਪਾਈਆਂ ਜਾਣਗੀਆਂ। ਪੰਜਾਬ ਦੇ ਲੋਕਾਂ ਨੂੰ ਹਰਾਸ ਨਹੀਂ ਹੋਣ ਦਿੱਤਾ ਜਾਵੇਗਾ। ਤੇ ਵੇਖੋ, ਇਹ ਸਭ ਤੋਂ ਵੱਡੀ ਗੱਲ ਹੈ, ਪੰਜਾਬ ਦੇ ਖਜ਼ਾਨੇ ਨੂੰ ਕਿੰਨੇ ਅਰਬਾਂ ਇਹ ਨਵੀਆਂ 73 ਬੱਸਾਂ ਪਾਈਆਂ ਜਾਣਗੀਆਂ। ਬਿਲਕੁਲ, ਅਰਬਾਂ ਰੁਪਈਆ ਜਿਹੜਾ ਖੋਰਾ ਲਾਇਆ ਪੰਜਾਬ ਦੇ ਖਜ਼ਾਨੇ ਨੂੰ, ਪੰਜਾਬ ਦੇ ਲੋਕਾਂ ਦੀ ਜੇਬ ਨੂੰ ਇਹਨਾਂ 73 ਬੱਸਾਂ ਨੇ ਉਹ ਕਿੰਨਾ ਨੁਕਸਾਨ ਕੀਤਾ। ਇਹ ਜਿਹੜੀਆਂ 73 ਬੱਸਾਂ ਨੇ ਇਹ ਪੰਜਾਬ 'ਚ ਚੱਲ ਸਕਣਗੀਆਂ ਕਿ ਮੋਹਾਲੀ ਤੱਕ ਆ ਜਾਏ ਔਰ ਮੋਹਾਲੀ ਤੋਂ ਆਟੋ ਰਿਕਸ਼ਾ ਜਾਂ ਕਿਸੇ ਲੋਕਲ ਬੱਸ ਤੇ ਚੰਡੀਗੜ੍ਹ ਆ ਜਾਣ? ਇਸ ਤਰੀਕੇ ਨਾਲ ਹੋ ਸਕਦਾ? ਜਿਹੜੇ 73 ਪਰਮਿਟ ਇਹ ਨਹੀਂ ਚੱਲਣਗੇ। ਜੇ ਨਵੇਂ ਪਰਮਿਟ ਲੈਣਗੇ, ਕਾਨੂੰਨ ਅਨੁਸਾਰ ਸਰਕਾਰ ਤੋਂ ਨਵੇਂ ਪਰਮਿਟ ਲੈਣਗੇ, ਫੇਰ ਇਹ ਬੱਸਾਂ ਚੱਲ ਸਕਣਗੀਆਂ, ਨਹੀਂ ਤੇ ਇਹ ਬੱਸਾਂ ਬੰਦ ਰਹਿਣਗੀਆਂ। ਸਿਆਸੀ ਖੁੰਦਕ ਤੇ ਨਹੀਂ, ਕਿਉਂਕਿ ਅਕਾਲੀ ਦਲ ਨਾਲ ਸਿਆਸੀ ਖੁੰਦਕ ਦੇ ਤੌਰ ਤੇ ਨਹੀਂ। ਦੇਖੋ, ਬਿਲਕੁਲ ਨਹੀਂ, ਨਾ ਤੇ ਅਸੀਂ ਕਿਸੇ ਅਕਾਲੀ ਦਲ ਨਾਲ, ਨਾ ਕਿਸੇ ਕਾਂਗਰਸ ਨਾਲ, ਨਾ ਕਿਸੇ ਹੋਰ ਨਾਲ। ਜਿਹੜਾ ਗਲਤ ਕਰੇਗਾ, ਭਾਵੇਂ ਸਾਡਾ ਆਮ ਆਦਮੀ ਪਾਰਟੀ ਦਾ ਵੀ ਹੋਵੇ, ਉਹਨੇ ਵੀ ਗਲਤ ਢੰਗ ਨਾਲ ਜੇ ਪਰਮਿਟ ਆਪਦਾ ਲੈ ਕੇ ਚਲਾਈ ਹੋਵੇਗੀ ਬੱਸ, ਉਹਦੇ ਤੇ ਵੀ ਕਾਨੂੰਨੀ ਕਾਰਵਾਈ ਹੋਵੇਗੀ। ਰਾਜਪਾਲ ਮਨਜ਼ੂਰੀ ਦੇ ਦੇਗਾ? ਕਿਉਂਕਿ ਰਾਜਪਾਲ ਨੇ ਪਹਿਲਾਂ ਵੀ ਅਸੀਂ ਦੇਖਿਆ ਕਿ ਬਹੁਤ ਸਾਰੇ ਫੈਸਲਿਆਂ ਤੇ ਪੰਜਾਬ ਨਾਲ ਟਾਕਰਾ ਰਿਹਾ, ਐਸਐਸਪੀ ਦੇ ਮਾਮਲੇ 'ਚ ਵੀ ਰਿਹਾ ਵਾ। ਤਾਂ ਲੱਗਦਾ ਕਿ ਇਸ ਤੇ ਤੁਹਾਨੂੰ ਜਿੱਤ ਮਿਲੇਗੀ? ਦੇਖੋ, ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ, ਜਿੱਥੇ ਸਰਕਾਰ ਨੂੰ ਪਤਾ ਹੋਵੇ ਨਾ ਵੀ ਗਲਤ ਢੰਗ ਨਾਲ ਕੰਮ ਹੋ ਰਿਹਾ, ਚੂਨਾ ਲੱਗ ਰਿਹਾ ਸਰਕਾਰ ਨੂੰ, ਉੱਥੇ ਜੇ ਤੇ ਉਹ ਨਾ ਮਨਜ਼ੂਰੀ ਦੇਣਗੇ ਤੇ ਕਿੰਨਾ ਨੁਕਸਾਨ ਸਰਕਾਰ ਦਾ ਹੋਵੇਗਾ। ਤੇ ਮੈਨੂੰ ਨਹੀਂ ਲੱਗਦਾ ਕਿ ਐਵੇਂ ਦੀ ਕੋਈ ਗੱਲ ਹੋਵੇਗੀ। ਜੇ ਕੇਂਦਰ ਸਰਕਾਰ ਨੇ ਕਿਹਾ ਵੀ ਇਹ ਗਲਤ ਢੰਗ ਨਾਲ ਪਰਮਿਟ ਦਿੱਤੇ ਗਏ, ਤੇ ਚੰਡੀਗੜ੍ਹ ਪ੍ਰਸ਼ਾਸਨ ਵੀ ਇਹਨਾਂ ਬੱਸਾਂ ਦੇ ਪਰਮਿਟਾਂ ਨੂੰ ਜਿਹੜਾ ਰੱਦ ਕਰੇਗਾ, ਤੇ ਇਹ ਜਿਹੜੀਆਂ ਬੱਸਾਂ ਚੰਡੀਗੜ੍ਹ 'ਚ ਐਂਟਰ ਕਰਦੀਆਂ ਬੰਦ ਹੋਣਗੀਆਂ। ਦੋ ਸਵਾਲ ਆਖਰੀ ਨੇ। ਸੁਖਬੀਰ ਬਾਦਲ ਕਾਨੂੰਨ ਵਿਵਸਥਾ ਨੂੰ ਲੈ ਕੇ ਬਹੁਤ ਸਵਾਲ ਚੁੱਕ ਰਹੇ, ਕਹਿੰਦੇ ਕਿ ਹੁਣ ਤਾਂ ਬੱਚੇ ਸਕੂਲ ਵੀ ਨਹੀਂ ਮਾਪੇ ਭੇਜ ਰਹੇ, ਕਹਿੰਦੇ ਇਸ ਤਰੀਕੇ ਦਾ ਮਾਹੌਲ ਹੋ ਰਿਹਾ, ਲੁੱਟਾਂ ਖੋਹਾਂ ਹੋ ਰਹੀਆਂ, ਗੋਲੀਆਂ ਚੱਲ ਰਹੀਆਂ, ਕੋਈ ਪੰਜਾਬ 'ਚ ਸੁਰੱਖਿਅਤ ਨਹੀਂ ਹੈ। ਤੇ ਇਹਦਾ ਜ਼ਿੰਮੇਵਾਰ ਕੌਣ ਆ? ਸੁਖਬੀਰ ਬਾਦਲ ਹੀ ਜ਼ਿੰਮੇਵਾਰ ਆ। ਲੰਮਾ ਸਮਾਂ ਪੰਜਾਬ ਦਾ ਸ਼ੋਸ਼ਣ ਕੀਤਾ ਅਕਾਲੀ ਦਲ ਨੇ, ਸੁਖਬੀਰ ਸਿੰਘ ਬਾਦਲ ਨੇ। ਵੇਖੋ, ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਸੀ, ਤੇ ਪਤਾ ਨਹੀਂ ਲੱਗਾ ਕਿਹੜੇ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਬਣਾਤਾ, ਇਹਨਾਂ ਲਿਮਟਿਡ ਪਾਰਟੀ ਬਣਾ ਲਈ, ਆਪਦੀ ਪਾਰਟੀ ਬਣਾ ਲਈ। ਤੇ ਜਿਹੜੇ ਸ਼ਹੀਦ ਸਨ ਉਹਨਾਂ ਦੇ ਪਰਿਵਾਰ ਪਿੱਛੇ ਰਹਿ ਗਏ, ਤੇ ਬਾਦਲ ਪਰਿਵਾਰ ਨੇ ਕਬਜ਼ਾ ਕਰ ਲਿਆ, ਲਿਮਟਿਡ ਪਾਰਟੀ ਬਣਾ ਲਈ ਆਪਦੇ ਪਰਿਵਾਰ ਦੀ ਪਾਰਟੀ। ਹੁਣ ਤਾਂ ਹਾਲਾਤ ਆਮ ਆਦਮੀ ਪਾਰਟੀ ਕੰਟਰੋਲ ਕਰੇ। ਮੈਂ ਤੁਹਾਨੂੰ ਉਹੀ ਦੱਸਣ ਲੱਗਾ, ਇਹਨਾਂ ਲਿਮਟਿਡ ਪਾਰਟੀ ਬਣਾ ਲਈ, ਗੈਂਗਸਟਰ ਪੈਦਾ ਕੀਤੇ ਗਏ, ਨਸ਼ਾ ਤਸਕਰ ਪੈਦਾ ਕੀਤੇ ਗਏ। ਇਹ ਤਾਂ ਨਹੀਂ ਵੀ ਜਿਹੜੀਆਂ ਹੁਣ ਵਾਰਦਾਤਾਂ ਹੋ ਰਹੀਆਂ, ਇਹ ਆਮ ਆਦਮੀ ਪਾਰਟੀ ਦੇ 8 ਮਹੀਨਿਆਂ 'ਚ ਬੱਚੇ ਪੈਦਾ ਹੋ ਕੇ ਵੱਡੇ ਹੋ ਕੇ ਗੈਂਗਸਟਰ ਬਣ ਗਏ ਆ। ਇਹ ਰਵਾਇਤੀ ਪਾਰਟੀਆਂ ਅਕਾਲੀ ਦਲ, ਕਾਂਗਰਸ ਦੀ ਦੇਣ ਆ ਕਿ ਪੰਜਾਬ ਨੂੰ ਗੈਂਗਸਟਰਵਾਦ ਦਿੱਤਾ ਗਿਆ। ਇੱਕ ਬੱਚਾ ਜੇ ਗਲਤ ਰਸਤੇ ਤੇ ਪੈ ਗਿਆ, ਉੱਤੇ ਇਹਨਾਂ ਨੇ FIR ਦਰਜ ਕਰਾ ਦੇਣੀ, ਇਲੈਕਸ਼ਨਾਂ ਦੇ ਵੇਲੇ ਉਹ ਬੱਚੇ ਨੂੰ ਵਰਤਿਆ ਜਾਣਾ ਤੇ ਕਹਿ ਦਿੱਤਾ ਜਾਣਾ ਕਿ ਤੇਰੀ ਆਵਾਜ਼ ਨਹੀਂ ਕੋਈ ਵੇਖਦਾ, ਤੂੰ ਸਾਡਾ ਸਾਥ ਦੇ। ਹਰਕਾ ਇਲੈਕਸ਼ਨ ਦੇ ਵਿੱਚ ਬੂਥ ਕੈਪਚਰਿੰਗ ਕਰਾਉਣੀ, ਗੋਲੀਆਂ ਚਲਾਉਣੀਆਂ ਉਹਨਾਂ ਨੌਜਵਾਨਾਂ ਨੂੰ, ਪੁੱਠੇ ਰਸਤੇ ਤੇ ਲਾਉਣਾ, ਤੇ ਹੋਰ FIR ਦਰਜ ਕਰਾ ਦੇਣੀਆਂ। ਹਜ਼ਾਰਾਂ ਨੌਜਵਾਨ ਇਹੋ ਜਿਹੇ ਜਿਨ੍ਹਾਂ ਤੇ ਸੈਂਕੜੇ FIR ਦਰਜ ਨੇ, ਤੇ ਇਹਨਾਂ ਨੇ ਉਹਨਾਂ ਨੂੰ ਗੈਂਗਸਟਰ ਐਲਾਨ ਦੇਣਾ, ਤੇ ਜਦੋਂ ਇਹਨਾਂ ਨੂੰ ਖਤਰਾ ਮਹਿਸੂਸ ਹੋ ਜਾਣਾ ਤੇ ਉਸ ਨੌਜਵਾਨ ਨੂੰ ਗੋਲੀ ਮਰਵਾ ਦੇਣੀ। ਇਹ ਇਹਨਾਂ ਪਾਰਟੀਆਂ ਦੀ ਦੇਣ ਨੇ ਗੈਂਗਸਟਰ ਪੈਦਾ ਹੋਇਆ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੱਜੀ ਅਗਵਾਈ ਦੇ ਵਿੱਚ ਗੈਂਗਸਟਰਵਾਦ ਵੀ ਖਤਮ ਹੋਣ ਜਾ ਰਿਹਾ। ਜੇ ਵਾਰਦਾਤਾਂ ਹੁੰਦੀਆਂ ਤੇ ਉਹਦੇ ਜ਼ਿੰਮੇਵਾਰ ਇਹ ਪੁਰਾਣੇ ਨੇ, ਇਹ ਨਹੀਂ ਕਿ 8 ਮਹੀਨਿਆਂ 'ਚ ਸਾਰਾ ਕੁਝ ਲਾ ਕੇ ਸਾਡੇ ਸਿਰ ਤੇ ਮੜ ਦੇਣ। ਇਹ ਲੋਕ ਸਿਆਣੇ ਨੇ, ਲੋਕ ਸਮਝਦੇ ਨੇ ਸਾਰਾ ਕੁਝ। ਅਸੀਂ ਤੇ ਲੋਕਾਂ ਲਈ ਦਿਨ ਰਾਤ ਇਹ ਮਿਹਨਤ ਕਰ ਰਹੇ ਹਾਂ, ਤੇ ਮੁੱਖ ਮੰਤਰੀ ਸਾਹਿਬ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਆ। ਕਾਨੂੰਨ ਵਿਵਸਥਾ ਨੂੰ ਲੈ ਕੇ, ਪੰਜਾਬ ਦੀ ਆਰਥਿਕ ਵਿਵਸਥਾ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਦੇਰ ਰਾਤ ਮਿਹਨਤ ਕਰ ਰਹੇ, ਮੀਟਿੰਗਾਂ ਕਰ ਰਹੇ ਆ। ਲਾਸਟ ਸਵਾਲ, ਤੁਸੀਂ ਮਾਝੇ ਦੀ ਧਰਤੀ ਤੋਂ ਆਉਂਦੇ ਹੋ, NRI ਬੜਾ ਪਰੇਸ਼ਾਨ ਹੈ। ਇੱਕ ਪਰਿਵਾਰ ਜਿਹੜੀਆਂ ਗੋਲੀਆਂ ਚੱਲੀਆਂ ਸੀ, ਉਹ ਚੰਡੀਗੜ੍ਹ 'ਚ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸਾਡੀ ਸੁਣਵਾਈ ਨਹੀਂ ਹੈਗੀ ਕਿਤੇ। ਵੇਖੋ, ਜਿਹੜਾ ਵੀ ਗਲਤ ਕੰਮ ਕਰੇਗਾ, ਭਾਵੇਂ ਉਹ ਸਾਡੀ ਪਾਰਟੀ ਨਾਲ ਰਿਲੇਟਡ ਹੋਵੇ, ਭਾਵੇਂ ਦੂਜੀਆਂ ਪਾਰਟੀਆਂ ਦਾ ਹੋਵੇ, ਜੋ ਕਾਨੂੰਨ ਨੂੰ ਹੱਥ ਚ ਲਵੇਗਾ ਉੱਤੇ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ। ਤੇ ਜੇ ਇਹਨਾਂ ਨੇ ਗੋਲੀਆਂ ਚਲਾਈਆਂ, ਉਹਨਾਂ ਤੇ FIR ਦਰਜ ਹੋਈ ਆ,
ਉਹਨਾਂ ਨੂੰ ਅਰੈਸਟ ਵੀ ਕੀਤਾ ਜਾਵੇਗਾ। ਇਹ ਨਹੀਂ ਹੋਵੇਗਾ ਕਿ ਜੇ ਕੋਈ NRI ਭੈਣ ਭਰਾ ਸਾਡਾ ਵਿਦੇਸ਼ ਤੋਂ ਆਇਆ ਉਹਨੂੰ ਕੋਈ ਤੰਗ ਪਰੇਸ਼ਾਨ ਕਰੇਗਾ। ਅੱਗੇ ਕੀ ਹੋਣਾ, ਜੇ ਕੋਈ NRI ਪਰਿਵਾਰ ਆ ਉਹਦੀ ਜ਼ਮੀਨ ਤੇ ਕਬਜ਼ਾ ਹੋ ਜਾਣਾ, ਉਹਦੇ ਨਾਲ ਧੱਕੇਸ਼ਾਹੀ ਹੋਣੀ, ਡਰਦਿਆਂ ਕਿਸੇ ਨੇ ਆਉਣਾ ਨਾ। ਅਸੀਂ NRI ਭੈਣਾਂ ਭਰਾਵਾਂ ਦੇ ਰਿਣੀ ਆ, ਕਿਉਂਕਿ ਉਹ ਸਾਡੇ ਆਪਣੇ ਪਰਿਵਾਰ ਨੇ। ਸਾਡੇ ਵੀ ਪਰਿਵਾਰ ਤਕਰੀਬਨ ਮੇਰੇ ਚਾਚੇ ਬਾਬੇ, ਮੇਰੇ ਆਪਦੇ ਮਾਤਾ ਪਿਤਾ, ਭੈਣਾਂ ਭਰਾ ਸਾਰੇ ਹੀ NRI ਨੇ, ਵਿਦੇਸ਼ਾਂ ਦੇ ਵਿੱਚ ਹੀ ਰਹਿੰਦੇ ਆ। ਤੇ ਮੈਂ ਉਹਨਾਂ ਆਪਦੇ NRI ਭੈਣਾਂ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਨਾਲ ਨਿਆਂ ਹੋਵੇਗਾ। ਜੋ ਵੀ ਗਲਤ ਕਰੇਗਾ ਉੱਤੇ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਚੰਗੇ ਪਲੇਅਰ ਵੀ ਹੋ, ਵਾਲੀਬਾਲ ਬਹੁਤ ਖੇਡਦੇ ਹੋ, ਪਤਾ ਲੱਗਾ। ਪੈਰਾ 올림픽 ਜਿਹੜੇ ਖਿਡਾਰੀ ਨੇ ਉਹ ਖਫਾ ਨੇ, ਉਹ ਗਵਰਨਰ ਨੂੰ ਮਿਲੇ ਨੇ ਅੱਜ। ਦੇਖੋ, ਪਲੇਅਰ ਜਿਹੜੇ ਨੇ ਉਹ ਸਾਡੇ ਸੂਬੇ ਦੀ ਰੀੜ੍ਹ ਦੀ ਹੱਡੀ ਨੇ। ਜਿਸ ਸੂਬੇ ਦੇ, ਦੇਸ਼ ਦੇ, ਜ਼ਿਲ੍ਹੇ ਦੇ ਨੌਜਵਾਨ ਬੱਚੇ ਬੱਚੀਆਂ ਪਲੇਅਰ ਹੋਣ, ਉਸ ਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਅਸੀਂ ਪਲੇਅਰਾਂ ਲਈ, ਉਹਨਾਂ ਦੇ ਹੱਕਾਂ ਲਈ ਹਰ ਥਾਂ ਤੇ ਖੜਾਂਗੇ, ਉਹਨਾਂ ਨਾਲ ਮੋਢਾ ਜੋੜ ਕੇ ਚੱਲਾਂਗੇ। ਜੋ ਵੀ ਪਲੇਅਰਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਹੋਣਗੀਆਂ ਉਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੂਰੀਆਂ ਕਰਨਗੇ, ਕਿਉਂਕਿ ਮੁੱਖ ਮੰਤਰੀ ਸਾਹਿਬ ਆਪ ਖੁਦ ਪਲੇਅਰ ਨੇ। ਇਹ ਵੇਖੋ, ਗੇਮਾਂ ਸ਼ੁਰੂ ਕਰਾਈਆਂ, ਖੇਡਾਂ ਵਚਨ ਪੰਜਾਬ ਦੀਆਂ। ਸੋ ਲਾਲਜੀਤ ਸਿੰਘ ਭੁੱਲਰ ਨੇ ਕਈ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਹੈ। ਸਾਫ਼ ਤੌਰ ਤੇ ਕਿਹਾ ਕਿ ਕੁੱਲ 73 ਪਰਮਿਟ ਸੀਗੇ, ਜਿਨ੍ਹਾਂ ਚੋਂ ਅੱਧੇ ਤੋਂ ਵੱਧ ਜਿਹੜਾ ਸੀਗਾ ਸਿਰਫ ਇੱਕ ਪਰਿਵਾਰ ਦੇ ਨਾਂ ਤੇ ਸੀਗੇ, ਔਰ ਇਸ ਕਰਕੇ ਉਹਨਾਂ ਨੇ ਸ਼ਬਦ ਇਸਤੇਮਾਲ ਕੀਤਾ। ਬਾਕੀ ਦੇ ਪਰਮਿਟ ਵੀ ਜਿਹੜੇ ਸੀ ਉਹ ਵੀ ਉਸ ਸਿਆਸੀ ਪਰਿਵਾਰ ਦੇ ਨੇੜਲਿਆਂ ਦੇ ਨਾਂ ਤੇ ਸਨ। ਤੇ ਸੁਖਬੀਰ ਬਾਦਲ ਤੇ ਪਲਟਵਾਰ ਕੀਤਾ ਹੈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ। ਇਹਨਾਂ ਦੀਆਂ ਬੱਸਾਂ ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੀਆਂ ਸਨ। ਮੇਰੇ ਸਹਿਯੋਗੀ ਪੰਕਜ ਨੇ ਸਵਾਲ ਕੀਤਾ ਕਿ ਗੈਰ ਕਾਨੂੰਨੀ ਕੀ ਸੀ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਇਜਾਜ਼ਤ ਦੇ ਬਿਨਾਂ, ਕੇਂਦਰ ਸਰਕਾਰ ਦੀ ਪਰਮਿਸ਼ਨ ਤੋਂ ਬਿਨਾਂ ਸਟੇਟ ਗਵਰਨਮੈਂਟ ਨੇ ਆਪਣੇ ਵੱਲੋਂ ਹੀ ਪਾਲਿਸੀ ਚੇਂਜ ਕਰ ਲਈ। 73 ਚੋਂ 50 ਪਰਮਿਟ ਜਿਹੜਾ ਹੈਗਾ ਉਹ ਬਾਦਲ ਪਰਿਵਾਰ ਦੇ ਨਾਂ ਤੇ ਸੀਗੇ, ਸਾਰੇ ਮਲਾਈ ਵਾਲੇ ਰੂਟ ਜਿਹੜੇ ਸੀਗੇ ਇਹਨਾਂ ਦੇ ਕੋਲ ਸੀਗੇ, ਔਰ ਬਾਕੀ ਵੀ ਇਹਨਾਂ ਦੇ ਚਹੇਤਿਆਂ ਦੇ ਕੋਲ ਸਨ। 73 ਰੂਟ, 73 ਬੱਸਾਂ, ਜਿਹੜੀ ਏਸੀ ਬੱਸਿਸ 73 ਬੱਸਾਂ ਦੀ ਸਰਵਿਸ ਜਿਹੜੀ ਚੱਲਦੀ ਹੈ ਪੰਜਾਬ ਤੋਂ ਦਿੱਲੀ ਤੱਕ, ਨਿੱਜੀ ਬੱਸਾਂ ਜਿਹੜੀਆਂ ਚੱਲਦੀਆਂ ਨੇ, ਉਹਨਾਂ ਦੇ ਵਿੱਚੋਂ 50 ਰੂਟ ਜਿਹੜਾ ਹੈਗਾ ਉਹ ਸਿਰਫ ਇੱਕ ਪਰਿਵਾਰ ਦੇ ਕੋਲ ਸੀਗੇ। ਇਸ ਕਰਕੇ ਉਹਨਾਂ ਨੇ ਸਵਾਲ ਖੜੇ ਕੀਤੇ। ਔਰ ਦੂਜਾ ਉਹਨਾਂ ਨੇ ਇਹ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪੂਰੇ ਸਿਨੈਰੀਓ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਦੀ ਮਨਜ਼ੂਰੀ ਲਈ ਜਾਣੀ ਚਾਹੀਦੀ ਸੀ ਉਹ ਨਹੀਂ ਲਈ ਗਈ, ਔਰ ਇਸੇ ਕਰਕੇ ਉਹ ਇਸ ਨੂੰ ਗੈਰ ਕਾਨੂੰਨੀ ਕਹਿ ਰਹੇ ਨੇ। ਬਾਦਲ ਪਰਿਵਾਰ ਦੀ ਸਰਕਾਰ ਸੀਗੀ, ਇਹਨਾਂ ਨੇ ਆਪਣੇ ਹਿਸਾਬ ਦੇ ਨਾਲ ਪਾਲਿਸੀ ਚੇਂਜ ਕਰ ਲਈ। ਇਲਜ਼ਾਮ ਲਾਇਆ ਲਾਲਜੀਤ ਭੁੱਲਰ ਨੇ ਕਿ ਬਾਦਲ ਪਰਿਵਾਰ, ਕਿਉਂਕਿ ਉਸ ਵੇਲੇ ਸਰਕਾਰ ਦੇ ਵਿੱਚ ਸੀ, ਆਪਣੇ ਹਿਸਾਬ ਦੇ ਨਾਲ ਇਹਨਾਂ ਨੇ ਪਾਲਿਸੀ ਚੇਂਜ ਕਰ ਦਿੱਤੀ, ਟਰਾਂਸਪੋਰਟ ਪਾਲਿਸੀ ਚੇਂਜ ਕਰ ਦਿੱਤੀ, ਔਰ ਆਪਣੇ ਚਹੇਤਿਆਂ ਨੂੰ ਜਾਂ ਆਪਣੇ ਪਰਿਵਾਰ ਨੂੰ ਜਿਹੜਾ ਹੈਗਾ ਸਾਰੇ ਇਹ ਰੂਟ ਜਿਹੜਾ ਹੈਗਾ, ਇਹ ਪਰਮਿਟ ਜਿਹੜਾ ਹੈਗਾ ਉਹ ਦੇ ਦਿੱਤੇ। ਇਸ ਤੇ ਸਵਾਲ ਖੜੇ ਕੀਤੇ ਨੇ ਲਾਲਜੀਤ ਸਿੰਘ ਭੁੱਲਰ ਨੇ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸਵਾਲ ਚੁੱਕੇ ਸਨ ਔਰ ਸਾਫ਼ ਤੌਰ ਤੇ ਕਿਹਾ ਸੀ ਕਿ ਉਹ ਲੀਗਲ ਨੋਟਿਸ ਭੇਜਣਗੇ। ਪਰ ਦੂਜੇ ਪਾਸੇ ਨਿਊਜ਼ 18 ਦੇ ਨਾਲ ਗੱਲ ਕਰਦੇ ਆ, ਟਰਾਂਸਪੋਰਟ ਮੰਤਰੀ ਨੇ ਸਪਸ਼ਟ ਕਰ ਦਿੱਤਾ ਹੈ ਲਾਲਜੀਤ ਸਿੰਘ ਭੁੱਲਰ ਨੇ ਕਿ ਇਹ ਸਿਨੈਰੀਓ ਜਿਹੜਾ ਹੈਗਾ ਉਸ ਸਿਨੈਰੀਓ ਦੇ ਵਿੱਚ ਲਾਲਜੀਤ ਸਿੰਘ ਭੁੱਲਰ ਇੱਕ ਵਾਰ ਫਿਰ ਹਮਲਾਵਰ ਹੋਏ ਨੇ, ਔਰ ਇਸ ਵਾਰ ਤਾਂ ਬਕਾਇਦਾ ਨਾਂ ਲੈ ਕੇ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਨੇ। ਇੱਕ ਵਾਰ ਮੁੜ ਤੁਹਾਨੂੰ ਸੁਣਾਉਂਦੇ ਆ ਕਿ ਲਾਲਜੀਤ ਭੁੱਲਰ ਦੇ ਬੀਤੇ ਦਿਨ ਦੇ ਬਿਆਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹੜੇ ਇਤਰਾਜ਼ ਜ਼ਾਹਿਰ ਕੀਤੇ ਸੀ, ਔਰ ਉਸ ਤੋਂ ਬਾਅਦ ਲਾਲਜੀਤ ਸਿੰਘ ਭੁੱਲਰ ਨੇ ਅੱਜ ਨਿਊਜ਼ 18 ਦੇ ਨਾਲ ਗੱਲ ਕਰਦੇ ਆ ਕੀ ਜਵਾਬ ਦਿੱਤਾ ਹੈ। ਦੋਵਾਂ ਨੇ ਕੀ ਕਿਹਾ ਹੈ ਇਹ ਸੁਣਾਉਂਦੇ ਆ। ਮੈਂ ਇੱਕ ਗੱਲ ਕਹਿਣਾ ਚਾਹਣਾ, ਜੇ ਆ ਪ੍ਰਾਈਵੇਟ ਆਪਰੇਟਰਾਂ ਨੂੰ ਮਾਫੀਆ ਕਹਿੰਦੇ ਆ, ਇਹਨੂੰ ਸ਼ਰਮ ਆਉਣੀ ਚਾਹੀਦੀ ਹੈ। ਅੱਜ ਮਾਫੀਆ ਉਹ ਹੁੰਦਾ ਜਿਹੜਾ ਇਲੀਗਲ ਕੰਮ ਕਰੇ। ਸਾਰਾ ਲੀਗਲ ਕੰਮ ਸਾਡੀ ਸ਼੍ਰੋਮਣੀ, ਸਾਡੀ ਆਪਣੀ ਜਿਹੜੀ ਟਰਾਂਸਪੋਰਟ ਕੰਪਨੀ ਹੈ 1947 ਦੀ ਹੈ, 47 ਦੀ, ਜੋ ਦੇਸ਼ ਆਜ਼ਾਦ ਹੋਇਆ ਸੀ। ਇੱਕ ਵਾਰ ਵੀ ਸਾਡਾ ਕੋਈ ਪਰਮਿਟ ਇਹਨਾਂ ਨੇ ਰੋਕਿਆ, ਸਾਡੀ ਬੱਸ ਰੋਕੀ ਹੈ। ਜੋ ਕੋਸ਼ਿਸ਼ ਕੀਤੀ ਪਿਛਲੀ ਵਾਰ ਰਾਜਾ ਵੜਿੰਗ ਨੇ ਕੀਤੀ, ਹੁਣ ਇਹਨਾਂ ਨੇ ਕੀਤੀ, ਹਾਈ ਕੋਰਟਾਂ ਨੇ ਇੱਕਦਮ ਸਟੇ ਕੀਤੀ। ਸਾਨੂੰ ਭਾਵੇਂ ਕੈਂਸਲ ਕਰ ਦੋ, ਕੋਈ ਪਰਵਾਹ ਨਹੀਂ, ਕੋਈ ਫਿਕਰ ਨਹੀਂ, ਪਰ ਮੈਂ ਲੀਗਲ ਨੋਟਿਸ ਮੈਂ ਦੇਣ ਲੱਗਿਆ ਜਿਹੜਾ ਆਪਣਾ ਦਾ ਮਿਨਿਸਟਰ ਹੈ ਉਹਨੂੰ ਵੀ, ਕਿ ਸਾਰੀ ਟਰਾਂਸਪੋਰਟ ਕਮਿਊਨਿਟੀ, ਟਰਾਂਸਪੋਰਟ ਜਿਹੜੀ ਪ੍ਰੋਫੈਸ਼ਨ ਹੈ ਉਹ ਇੱਕ ਪੰਜਾਬੀਆਂ ਦਾ ਪ੍ਰੋਫੈਸ਼ਨ ਹੈ। ਤੁਸੀਂ ਹਿੰਦੁਸਤਾਨ 'ਚ ਨਹੀਂ ਦੁਨੀਆ ਚਲੇ ਜਾਓ, ਜਿੰਨੇ ਪੰਜਾਬੀ ਇਹ ਟਰਾਂਸਪੋਰਟ ਬਿਜ਼ਨਸ ਹੋਣਗੇ, ਭਾਵੇਂ ਕੈਨੇਡਾ ਹੋਏ, ਭਾਵੇਂ ਮਹਾਰਾਸ਼ਟਰ ਹੋਏ, ਸੋ ਜੇ ਸਾਰੇ ਪੰਜਾਬੀਆਂ ਨੂੰ ਤੁਸੀਂ ਮਾਫੀਆ ਕਹਿੰਦੇ ਹੋ। ਅਸੀਂ ਲੀਗਲ ਨੋਟਿਸ ਦੇ ਰਹੇ ਹਾਂ, ਇਹਨਾਂ ਦੇ ਕੇਸ ਕਰਾਂਗੇ। ਤੇ ਨਾਲੇ ਮੈਂ ਮੀਡੀਆ ਨੂੰ ਕਹਿਣਾ ਚਾਹਣਾ ਹੈ
ਅੱਜ ਤੋਂ ਬਾਅਦ ਜੇ ਕਿਸੇ ਨੇ ਵੀ ਲਫ਼ਜ਼ ਟਰਾਂਸਪੋਰਟ ਮਾਫੀਆ ਕਿਹਾ ਤੇ ਅਸੀਂ ਉਹਨੂੰ ਲੀਗਲ ਨੋਟਿਸ ਦੇ ਕੇ ਦੇਖੋ ਭੇਜਣ ਲੀਗਲ ਨੋਟਿਸ ਇਹ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਹੁੰਦਾ ਉਹਨੇ ਆਪਣੀ ਸ਼ਾਖ ਬਚਾਉਣ ਲਈ ਕੁਝ ਨਾ ਕੁਝ ਸਿਰ ਪੈਰ ਤੇ ਅੜਾਉਣੇ ਹੀ ਅੜਾਉਣੇ ਆ। ਜੇ ਗਲਤ ਨਾ ਕੀਤਾ ਹੁੰਦਾ ਤੇ ਅਸੀਂ ਕਿਉਂ ਇਹਨਾਂ ਦੀਆਂ ਬੱਸਾਂ ਨੂੰ ਨਜਾਇਜ਼ ਜਿਹੜੀਆਂ ਚੱਲਦੀਆਂ ਉਹਨਾਂ ਨੂੰ ਕਿਉਂ ਬੰਦ ਕਰਦੇ? ਜਿਹੜਾ ਕੰਮ ਨਜਾਇਜ਼ ਕੋਈ ਕਰੇਗਾ ਉਹਨੂੰ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹ ਤੇ ਕਾਨੂੰਨੀ ਕਾਰਵਾਈ ਵੀ ਹੋਵੇਗੀ ਤੇ ਉਹਦਾ ਜਿਹੜਾ ਨਜਾਇਜ਼ ਲੇਕਿਨ ਉਹ ਕਹਿ ਰਹੇ ਕਿ ਤੁਸੀਂ ਟਰਾਂਸਪੋਰਟਰਾਂ ਨੂੰ ਮਾਫੀਆ ਕਹਿ ਰਹੇ ਹੋ ਔਰ ਇਹ ਸ਼ਰਮਸਾਰ ਹੈ। ਅਸੀਂ ਲੀਗਲ ਨੋਟਿਸ ਭੇਜਾਂਗੇ, ਐਕਸ਼ਨ ਲਵਾਂਗੇ ਟਰਾਂਸਪੋਰਟ ਮੰਤਰੀ ਦੇ ਖਿਲਾਫ। ਵੇਖੋ ਅਸੀਂ ਟਰਾਂਸਪੋਰਟਰਾਂ ਨੂੰ ਮਾਫੀਆ ਨਹੀਂ ਕਹਿ ਰਹੇ, ਅਸੀਂ ਬਾਦਲ ਪਰਿਵਾਰ ਅੱਗੇ ਜਿਹੜੇ ਗਲਤ ਤਰੀਕੇ ਨਾਲ ਬੱਸਾਂ ਚਲਾ ਰਹੇ ਉਹਨਾਂ ਨੂੰ ਮਾਫੀਆ ਕਹਿ ਰਹੇ ਤੇ ਇਹ ਮਾਫੀਆ ਹੀ ਆ। ਮਾਫੀਆ ਨਹੀਂ ਤੇ ਕੀ ਹੋਰ? ਪੰਜਾਬ ਦੇ ਲੋਕਾਂ ਦੇ ਖਜ਼ਾਨੇ ਨੂੰ ਚੂਨਾ ਲਾਉਣਾ। ਵੇਖੋ ਪੰਜਾਬ ਸਰਕਾਰ ਦੀਆਂ ਬੱਸਾਂ ਚੱਲਣ ਤੇ ਪੰਜਾਬ ਦੇ ਲੋਕਾਂ ਨੂੰ ਕਮਾਈ ਆਵੇ, ਪੰਜਾਬ ਸਰਕਾਰ ਨੂੰ ਕਮਾਈ ਆਵੇ। ਉਹ ਜਿਹੜੀ ਲੋਕਾਂ ਦੀ ਕਮਾਈ, ਪੰਜਾਬ ਸਰਕਾਰ ਦੀ ਕਮਾਈ, ਉਹਦੇ ਕਿਤੇ ਨਾ ਕਿਤੇ ਕਦੀ ਕਾਲੀਆਂ ਦੀ ਜੇਬ 'ਚ ਤੇ ਕਦੀ ਕਾਂਗਰਸੀਆਂ ਦੀ ਜੇਬ 'ਚ। ਜਦੋਂ ਪਰਮਿਟ ਦੂਜੀ ਸਟੇਟ ਨੂੰ ਚੱਲਣਾ, ਬੱਸ ਨੇ ਚੱਲਣਾ, ਪਰਮਿਟ ਦੇਣਾ, ਉਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਹੋਏ, ਉਧਰੋਂ ਮਨਜ਼ੂਰੀ ਚਾਹੀਦੀ, ਫੇਰ ਪੰਜਾਬ ਸਰਕਾਰ ਪਰਮਿਟ ਦੇ ਸਕਦੀ ਹੈ। ਮਨਜ਼ੂਰੀ ਨਹੀਂ ਨਾ, ਬਿਲਕੁਲ ਕੇਂਦਰ ਸਰਕਾਰ ਦੀ ਮਨਜ਼ੂਰੀ ਨਹੀਂ ਲਈ ਗਈ। ਪੰਜਾਬ 'ਚ ਸਰਕਾਰ ਬੰਦਿਆਂ ਆਪੇ ਹੀ ਸੋਧ ਕਰਕੇ ਨੀਤੀ 'ਚ ਆਪੇ ਹੀ ਪਰਮਿਟ ਦੇ ਲਏ ਗਏ। ਇਹ ਬਾਦਲ ਦੀਆਂ ਬੱਸਾਂ 'ਚ ਹੀ ਮਨਜ਼ੂਰੀ ਨਹੀਂ ਹੈ ਜਾਂ ਹੋਰ ਪ੍ਰਾਈਵੇਟ ਟਰਾਂਸਪੋਰਟਰ ਵੀ? 73 ਏਸੀ ਬੱਸਾਂ ਪੰਜਾਬ ਤੋਂ ਚੰਡੀਗੜ੍ਹ ਨੂੰ ਚੱਲਦੀਆਂ ਤੇ ਉਹਨਾਂ ਲੋਕਾਂ ਦੀਆਂ ਬੱਸਾਂ ਜਿਹੜੇ ਬਾਦਲਾਂ ਦੇ ਚੇਤੇ ਆ ਜਾਂ ਬਾਦਲਾਂ ਦੇ ਕਰੀਬੀ ਅਕਾਲੀ ਦਲ ਨਾਲ ਸੰਬੰਧਿਤ ਨੇ ਤੇ ਬਹੁਤੀਆਂ ਬੱਸਾਂ ਤੇ 73 ਪਰਮਿਟ ਟੋਟਲ ਆ। 50 ਇਹ ਰੱਦ ਹੋ ਜਾਣਗੇ, ਇਹ ਬੱਸ ਬਿਲਕੁਲ ਨਹੀਂ ਚੱਲੇਗੀ। ਇਹ ਪੰਜਾਬ 'ਚ ਵੀ ਨਹੀਂ ਕਿਤੇ ਕੋਈ ਚੱਲੇਗੀ। ਨਵਾਂ ਪਰਮਿਟ ਲੈਣਗੇ ਤੇ ਇਹ ਚਲਾ ਸਕਦੇ, ਇਸ ਪਰਮਿਟ ਤੇ ਕੋਈ ਬੱਸ ਨਹੀਂ ਚੱਲੇਗੀ। 73 ਬੱਸਾਂ ਦੇ ਜਿਹੜੇ ਪਰਮਿਟ ਨੇ ਬੰਦ ਹੋ ਗਏ, ਕਿਤੇ ਨਹੀਂ ਚੱਲ ਰਹੇ। ਬਿਲਕੁਲ ਇਹ 73 ਪਰਮਿਟ ਜਿਹੜੇ ਆ ਇਹ ਰੱਦ ਹੋਣਗੇ, ਬਿਲਕੁਲ ਨਹੀਂ ਚੱਲਣਗੇ। ਬਸ ਹੁਣ ਸਮਾਂ ਜਿਹੜਾ ਉਹ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਅੱਗੋਂ ਐਕਸ਼ਨ ਲੈਣਾ। ਜਦੋਂ ਵੀ ਐਕਸ਼ਨ ਲੈਣਗੇ ਉਸੇ ਵੇਲੇ ਬੱਸਾਂ ਬੰਦ ਹੋਣਗੀਆਂ। ਸਾਡੇ ਪੰਜਾਬ ਗਵਰਨਮੈਂਟ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਿਖ ਕੇ ਭੇਜ ਦਿੱਤਾ ਗਿਆ। ਸੋ ਸੁਖਬੀਰ ਸਿੰਘ ਬਾਦਲ ਦਾ ਹਮਲਾਵਰ ਰੁਖ ਅੱਜ ਨਜ਼ਰ ਆਇਆ। ਉਹਨਾਂ ਨੇ ਕਿਹਾ ਕਿ ਮਾਫੀਆ ਕਿਹਾ ਗਿਆ, ਟਰਾਂਸਪੋਰਟ ਨੂੰ ਮਾਫੀਆ ਕਿਹਾ, ਮੈਂ ਲੀਗਲ ਨੋਟਿਸ ਭੇਜਾਂਗਾ। ਇਸ ਦੇ ਨਾਲ ਹੀ ਉਹਨਾਂ ਨੇ ਮੀਡੀਆ ਨੂੰ ਵੀ ਕਹਿ ਦਿੱਤਾ ਕਿ ਮੀਡੀਆ ਵੀ ਜੇਕਰ ਟਰਾਂਸਪੋਰਟ ਮਾਫੀਆ ਸ਼ਬਦ ਦਾ ਇਸਤੇਮਾਲ ਕਰੇਗਾ ਤਾਂ ਫਿਰ ਉਹਨਾਂ ਨੂੰ ਵੀ ਲੀਗਲ ਨੋਟਿਸ ਭੇਜਿਆ ਜਾਵੇਗਾ। ਉਧਰ ਦੂਜੇ ਪਾਸੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਿਰਫ ਇੱਕ ਪਰਿਵਾਰ ਦੀ ਉਹਨਾਂ ਨੇ ਗੱਲ ਕੀਤੀ ਹੈ ਔਰ ਉਸ ਪਰਿਵਾਰ ਦੇ ਕੋਲ ਜਿਹੜੇ ਉਸ ਦੌਰਾਨ 73 ਪਰਮਿਟ ਜਾਰੀ ਹੋਏ ਸੀਗੇ, 50 ਤੋਂ ਵਧੇਰੇ ਪਰਮਿਟ ਉਸ ਇਕੱਲੇ ਪਰਿਵਾਰ ਦੇ ਕੋਲ ਔਰ ਬਾਕੀ ਦੇ 23 ਵੀ ਜਿਹੜੇ ਸੀ ਉਹ 23 ਪਰਮਿਟ ਵੀ ਉਹਨਾਂ ਦੇ ਚਹੇਤਿਆਂ ਦੇ ਕੋਲ ਸੀਗੇ।